ਸਾਇੰਸ ਸੋਲਿਊਸ਼ਨ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਭਾਵ ਸਤਨਾਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਨਾਮ ਸਿੰਘ ਗਵਰਨਮੈਂਟ ਹਾਈ ਸਕੂਲ ਸੈਦਪੁਰ ਕਲਾਂ ਵਿਖੇ ਸਾਇੰਸ ਅਧਿਆਪਕ ਦੀ ਭੂਮਿਕਾ ਨਿਭਾ ਰਿਹਾ ਹਾਂ। ਪਿਆਰੇ ਬੱਚਿਓ, ਅੱਜ ਦੇ ਇਸ ਵੀਡੀਓ ਵਿੱਚ ਅਸੀਂ ਐਬਜ਼ੌਰਪਸ਼ਨ ਬਾਈ ਪਲਾਂਟਸ, ਐਬਜ਼ੌਰਪਸ਼ਨ ਬਾਈ ਰੂਟਸ ਡਿਸਕਸ ਕਰਾਂਗੇ। ਪਿਆਰੇ ਬੱਚਿਓ, ਐਬਜ਼ੌਰਪਸ਼ਨ ਬਾਈ ਰੂਟਸ ਤਾਂ ਰੂਟਸ ਤੋਂ ਅਸੀਂ ਕੀ ਭਾਵ ਕੱਢਦੇ ਹਾਂ, ਭਾਵ ਜੜ੍ਹਾਂ ਤੋਂ ਕੀ ਭਾਵ ਨਿਕਲਦਾ ਹੈ, ਜੜ੍ਹਾਂ ਤੋਂ ਕੀ ਮਤਲਬ ਹੈ। ਜੜ੍ਹਾਂ ਤੋਂ ਭਾਵ ਪੌਦੇ ਦੇ ਅਜਿਹੇ ਹਿੱਸੇ ਤੋਂ ਹੈ ਜੋ ਜ਼ਿਆਦਾਤਰ ਅੰਡਰਗਰਾਊਂਡ ਹੁੰਦਾ ਹੈ, ਭਾਵ ਭੂਮੀਗਤ ਹੁੰਦਾ ਹੈ, ਔਰ ਇੰਗਲਿਸ਼ ਵਿੱਚ ਇਸ ਨੂੰ ਏਕਲੋਰੋਫਿਲਸ ਕਿਹਾ ਜਾਂਦਾ ਹੈ, ਭਾਵ ਕਿ ਇਹਦਾ ਰੰਗ ਨਹੀਂ ਹੁੰਦਾ, ਇਹਦਾ ਰੰਗ ਹਰਾ ਨਹੀਂ ਹੁੰਦਾ, ਇਹਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ, ਔਰ ਇਸ ਦਾ ਮੁੱਖ ਕੰਮ ਮਿੱਟੀ ਵਿੱਚੋਂ ਖਣਿਜ ਅਤੇ ਪਾਣੀ ਨੂੰ ਚੂਸਣਾ ਹੈ ਅਤੇ ਇਸ ਚੂਸੇ ਹੋਏ ਰਸ ਨੂੰ, ਭਾਵ ਖਣਿਜ ਅਤੇ ਪਾਣੀ ਦੇ ਘੋਲ ਨੂੰ ਪੌਦੇ ਦੇ ਹਰੇਕ ਹਿੱਸੇ ਤੱਕ ਪਹੁੰਚਾਉਣਾ ਹੈ। ਜੜ੍ਹਾਂ ਦਾ ਹੀ ਇੱਕ ਹੋਰ ਮੁੱਖ ਕੰਮ ਹੈ ਕਿ ਇਹ ਮਿੱਟੀ ਦੇ ਕਣਾਂ ਨੂੰ ਜਕੜ ਕੇ ਰੱਖਦਾ ਹੈ, ਭਾਵ ਸਪੋਰਟ ਪ੍ਰੋਵਾਈਡ ਕਰਦਾ ਹੈ, ਜਿਸ ਨਾਲ ਪੌਦੇ ਡਿੱਗਦੇ ਨਹੀਂ ਹਨ। ਇਸ ਦੀ ਪਰਿਭਾਸ਼ਾ ਤੋਂ ਇਹ ਗੱਲ ਕਲੀਅਰ ਹੋ ਗਈ ਹੈ ਕਿ ਜੜ੍ਹਾਂ ਮਿੱਟੀ ਦੇ ਵਿੱਚੋਂ, ਮਿੱਟੀ ਦੇ ਕਣਾਂ ਵਿੱਚੋਂ ਪਾਣੀ ਅਤੇ ਖਣਿਜ ਨੂੰ ਚੂਸਦੀ ਹੈ। ਕੁਐਸਚਨ ਇਹ ਉੱਠਦਾ ਹੈ ਕਿ ਪੌਦਿਆਂ ਨੂੰ ਪਾਣੀ ਅਤੇ ਮਿਨਰਲਸ ਦੀ ਲੋੜ ਕਿਉਂ ਹੁੰਦੀ ਹੈ। What are the significances of water and minerals in plant body? Or you can say, why plants need water and minerals? ਪੌਦਿਆਂ ਨੂੰ ਵੱਖ-ਵੱਖ ਗਤੀਵਿਧੀਆਂ ਔਰ ਐਕਟੀਵਿਟੀਜ਼ ਕਰਨ ਦੇ ਲਈ ਮਿਨਰਲਸ ਦੀ ਲੋੜ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਪੌਦਿਆਂ ਦੇ ਵਿੱਚ ਸੈੱਲ ਵਾਲ, ਭਾਵ ਸੈੱਲ ਕੰਧ, ਸੈਲੂਲੋਜ਼ ਤੋਂ ਮਿਲ ਕੇ ਬਣੀ ਹੁੰਦੀ ਹੈ, ਜੋ ਕਿ ਕਾਰਬੋਹਾਈਡਰੇਟ ਦੀ ਕਿਸਮ ਹੈ, ਜਿਸ ਵਿੱਚ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਤੋਂ ਇਲਾਵਾ ਹੋਰ ਵੀ ਮਿਨਰਲ ਜਾਂ ਐਲੀਮੈਂਟ ਮੌਜੂਦ ਹੁੰਦੇ ਹਨ। ਪਲਾਂਟਸ ਵਿੱਚ ਨੋਡਿਊਲ ਫਾਰਮੇਸ਼ਨ ਦੇ ਲਈ ਜਾਂ ਨੋਡਿਊਲੇਸ਼ਨ ਦੇ ਲਈ, ਭਾਵ ਪੌਦਿਆਂ ਦੀਆਂ ਗੰਢਾਂ ਵਿੱਚ, ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਦੇ ਨਿਰਮਾਣ ਦੇ ਲਈ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ। ਪੌਦਿਆਂ ਵਿੱਚ ਫਲਾਵਰਿੰਗ ਅਤੇ ਫਰੂਟਿੰਗ, ਫੁੱਲ ਬਣਨ ਅਤੇ ਫਲ ਬਣਨ ਦੇ ਲਈ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਮਿਨਰਲ ਜਿਹੜੇ ਹੈਗੇ ਆ, ਉਹਨਾਂ ਦੀ ਵਰਤੋਂ ਪਲਾਂਟਸ ਦੇ ਵਿੱਚ ਵੱਖ-ਵੱਖ ਗਤੀਵਿਧੀਆਂ ਕਰਨ ਲਈ ਕੀਤੀ ਜਾਂਦੀ ਹੈ। ਪੌਦਿਆਂ ਵਿੱਚ ਪਾਣੀ ਦੀ ਜ਼ਰੂਰਤ ਮੁੱਖ ਤੌਰ 'ਤੇ 4 ਭਾਗਾਂ ਵਿੱਚ ਵੰਡੀ ਜਾ ਸਕਦੀ ਹੈ। ਪਹਿਲੀ ਹੈ ਫੋਟੋਸਿੰਥੇਸਿਸ, ਭਾਵ ਪ੍ਰਕਾਸ਼ ਸੰਸਲੇਸ਼ਨ। ਫੋਟੋਸਿੰਥੇਸਿਸ ਇੱਕ ਅਜਿਹੀ ਕਿਰਿਆ ਹੈ ਜਿਸ ਵਿੱਚ ਗ੍ਰੀਨ ਪਲਾਂਟਸ ਸੂਰਜ ਦੀ ਊਰਜਾ ਨੂੰ ਵਰਤ ਕੇ ਕਲੋਰੋਫਿਲ ਦੀ ਮਦਦ ਦੇ ਨਾਲ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਆਪਣਾ ਭੋਜਨ ਨਿਰਮਾਣ ਕਰਦੇ ਹਨ। ਇਸ ਕਿਰਿਆ ਨੂੰ ਫੋਟੋਸਿੰਥੇਸਿਸ ਕਿਹਾ ਜਾਂਦਾ ਹੈ। ਫੋਟੋਸਿੰਥੇਸਿਸ ਦੇ ਲਈ ਕੱਚੇ ਪਦਾਰਥ, ਭਾਵ ਰਾ ਮਟੀਰੀਅਲ, ਕਾਰਬਨ ਡਾਈਆਕਸਾਈਡ
ਅਤੇ ਪਾਣੀ ਹਨ। ਦੂਸਰਾ ਪੁਆਇੰਟ ਅਗਰ ਦੇਖਦੇ ਹਾਂ ਤਾਂ ਉਹ ਹੈ ਟਰਾਂਸਪੀਰੇਸ਼ਨ, ਭਾਵ ਵਾਸ਼ਪ ਉਤਸਰਜਨ। ਟਰਾਂਸਪੀਰੇਸ਼ਨ ਇੱਕ ਅਜਿਹੀ ਕਿਰਿਆ ਹੈ, ਇੱਕ ਅਜਿਹੀ ਪ੍ਰੋਸੈਸ ਹੈ ਜਿਸ ਵਿੱਚ ਹਰੇ ਪੌਦੇ ਆਪਣੇ ਉੱਪਰਲੇ ਭਾਗਾਂ ਤੋਂ ਪਾਣੀ ਨੂੰ ਜਲ ਵਾਸ਼ਪਾਂ ਦੇ ਰੂਪ ਵਿੱਚ ਗਵਾਉਂਦੇ ਹਨ। ਇਸ ਦੀ ਪਰਿਭਾਸ਼ਾ ਇੰਗਲਿਸ਼ ਦੇ ਵਿੱਚ ਇਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ: process of loss of water in the form of vapors from the aerial parts of plants। ट्रांसपीरेशन दौरान लगभग 98% ਐਬਜ਼ੋਰਬਡ ਵਾਟਰ, ਭਾਵ ਸੋਖਿਆ ਹੋਇਆ ਪਾਣੀ, ਪੌਦੇ ਟਰਾਂਸਪੀਰੇਸ਼ਨ ਕਿਰਿਆ ਰਾਹੀਂ ਗਵਾ ਦਿੰਦੇ ਹਨ। ਟਰਾਂਸਪੀਰੇਸ਼ਨ ਜਿੱਥੇ ਪੌਦਿਆਂ ਲਈ ਨੁਕਸਾਨਦਾਇਕ ਹੈ, ਉਸ ਦੇ ਨਾਲ ਨਾਲ ਟਰਾਂਸਪੀਰੇਸ਼ਨ ਭਾਵ ਵਾਸ਼ਪ ਉਤਸਰਜਨ ਲਾਭਦਾਇਕ ਵੀ ਹੈ। ਟਰਾਂਸਪੀਰੇਸ਼ਨ ਦੇ ਨਾਲ ਵੈਦਰ, ਮੌਸਮ ਸੁਹਾਵਣਾ ਹੋ ਜਾਂਦਾ ਹੈ। ਇਹ ਵੈਦਰ ਦੀ ਕੂਲਿੰਗ ਇਫੈਕਟ ਕਰਦਾ ਹੈ, ਭਾਵ ਕਿ ਉਸ ਦਾ ਟੈਂਪਰੇਚਰ ਘਟਾ ਦਿੰਦਾ ਹੈ। ਟਰਾਂਸਪੀਰੇਸ਼ਨ ਨਾਲ ਪਲਾਂਟਸ ਦੇ ਸਟੈਮ ਵਿੱਚ, ਉਸ ਦੇ ਜ਼ਾਈਲਮ ਵਿੱਚ ਇੱਕ ਸਕਸ਼ਨ ਫੋਰਸ ਪੈਦਾ ਹੁੰਦੀ ਹੈ, ਜਿਸ ਨੂੰ ਟਰਾਂਸਪੀਰੇਸ਼ਨ ਪੁੱਲ ਜਾਂ ਵਾਸ਼ਪ ਉਤਸਰਜਨ ਖਿੱਚ ਬਲ ਕਿਹਾ ਜਾਂਦਾ ਹੈ। ਇਸ ਟਰਾਂਸਪੀਰੇਸ਼ਨ ਪੁੱਲ ਨਾਲ ਜੜ੍ਹਾਂ ਰਾਹੀਂ ਸੋਖਿਆ ਹੋਏ ਪਾਣੀ ਨੂੰ ਪੌਦੇ ਦੇ ਉੱਪਰੀ ਭਾਗ ਤੱਕ ਪਹੁੰਚਾਇਆ ਜਾਂਦਾ ਹੈ। ਤੀਸਰਾ ਪੁਆਇੰਟ ਅਗਰ ਦੇਖੀਏ ਤਾਂ ਉਹ ਹੈ ਟਰਾਂਸਪੋਰਟੇਸ਼ਨ। ਜੜ੍ਹਾਂ ਦੁਆਰਾ ਸੋਖੇ ਗਏ ਪਾਣੀ ਦੇ ਨਾਲ ਨਾਲ ਖਣਿਜ ਵੀ ਸੋਖੇ ਜਾਂਦੇ ਹਨ। ਇਹਨਾਂ ਖਣਿਜਾਂ ਨੂੰ ਪੌਦੇ ਦੇ ਹਰੇਕ ਹਿੱਸੇ ਤੱਕ ਇੱਕ ਸਲਿਊਸ਼ਨ, ਇੱਕ ਘੋਲ ਦੇ ਰੂਪ ਵਿੱਚ ਪਹੁੰਚਾਇਆ ਜਾਂਦਾ ਹੈ, ਜਿਸ ਨੂੰ ਏਸੈਂਟ ਆਫ ਸੈਪ, ਭਾਵ ਰਸ ਆਰੋਹਣ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪਾਣੀ ਪੌਦਿਆਂ ਵਿੱਚ ਮਕੈਨੀਕਲ ਸਟਿਫਨੈਸ, ਭਾਵ ਰਿਜਿਡਿਟੀ ਦੇ ਲਈ ਵੀ ਜ਼ਿੰਮੇਵਾਰ ਹੈ। ਇਹ ਪੱਤਿਆਂ ਵਰਗੇ ਕੋਮਲ ਸੌਫਟ ਅੰਗਾਂ ਨੂੰ ਸਹਾਰਾ ਦਿੰਦੇ ਹਨ, ਜਿਸ ਨਾਲ ਪੱਤੇ ਬਿਲਕੁਲ ਸਟਿਫ ਰਹਿੰਦੇ ਹਨ। Why only roots can absorb water? ਕੀ ਕਾਰਨ ਹੈ ਕਿ ਇਕੱਲੀਆਂ ਜੜ੍ਹਾਂ ਹੀ ਪਾਣੀ ਐਬਜ਼ੋਰਬ ਕਰਦੀਆਂ ਹਨ? ਪੌਦੇ ਦੇ ਬਾਕੀ ਹਿੱਸੇ ਪਾਣੀ ਨੂੰ ਐਬਜ਼ੋਰਬ ਕਿਉਂ ਨਹੀਂ ਕਰ ਪਾਉਂਦੇ? ਜਾਂ ਫਿਰ ਦੂਜੇ ਸ਼ਬਦਾਂ ਦੇ ਵਿੱਚ ਅਗਰ ਕਿਹਾ ਜਾਏ ਕਿ what are the characteristics of absorbing surface? What are the characteristics of water absorbing surface? ਅਗਰ ਰੂਟਸ ਨੂੰ ਦੇਖਿਆ ਜਾਏ ਤਾਂ ਰੂਟਸ ਵਿੱਚ ਸਰਫੇਸ ਏਰੀਆ ਜ਼ਿਆਦਾ ਹੁੰਦਾ ਹੈ। ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਵੇਗਾ, ਉਨੀ ਵਾਟਰ ਐਬਜ਼ੋਰਪਸ਼ਨ, ਭਾਵ ਪਾਣੀ ਦਾ ਸੋਖਣ ਜ਼ਿਆਦਾ ਹੋਏਗਾ। ਇੱਕ ਪਲਾਂਟ ਸਾਇੰਟਿਸਟ ਹੈ, ਬੋਟਨਿਸਟ ਹੈ, H.J. ਡਿਟਮਰ, 1937 ਵਿੱਚ ਉਸਨੇ ਇੱਕ 4 ਮਹੀਨੇ ਦੇ ਰਾਈ ਦੇ ਪੌਦੇ ਨੂੰ ਅਪਰੂਟ ਕੀਤਾ। 4 month old ਰਾਈ ਪਲਾਂਟ ਅਪਰੂਟ ਕੀਤਾ ਅਤੇ ਦੇਖਿਆ ਕਿ ਉਸ ਦੀ ਜੋ ਜੜ੍ਹਾਂ ਹਨ, ਉਸ ਦੀਆਂ ਜੋ ਜੜ੍ਹਾਂ ਹਨ
उसकी एग्रीगेट लंबाई लगभग 600 किलोमीटर है, भाव कि उसका सरफेस एरिया बहुत ज़्यादा है। तो ये गल आप पहला ही कर चुके हाँ कि कितना ज़्यादा सरफेस एरिया होवेगा उन्ना ही वाटर एब्जॉर्प्शन ज़्यादा होए। दूसरा, रूट्स विच एपीडर्मल आउटग्रोथ्स ਹੁੰਦੀਆਂ ਹਨ, ਭਾਵ जड़ां ਦੀ एपीडर्मिस ਦੀਆਂ कुछ प्रोजैक्शनस आउटग्रोथ उभार पैदा ਹੁੰਦੇ ਹਨ। ਇਹ बिल्कुल ਵਾਲਾਂ ਵਰਗੇ ਹੁੰਦੇ ਹਨ, फाइन ਹੁੰਦੇ ਹਨ। ਇਹਨਾਂ ਨੂੰ रूट हेयर नाम दिता जाता है। इन्हां रूट हेयर विच जड़ रोमा विच सल्यूट की कंसनट्रेशन ज़्यादा होंदी है, जिस कारण ये मिट्टी के कणां विचों पानी नूं आराम नाल सोख सकते हैं। इस तो इलावा अगर देखा जाए तो इन्हां रूट हेयर दी सैल वॉल बहुत बरीक हुंदी है, थिन वॉल हुंदी है, जिस नाल ये आसानी नाल पानी नूं सोख सकते हैं। अगला टॉपिक है एब्जॉर्प्शन एंड कंडक्शन ऑफ वाटर एंड मिनरल्स। पानी नूं सोखना अते पानी की ढोआ ढोआई। पानी नूं पौधे दीयां जड़ां मुख 5 तरीकों के नाल 5 मैथड के नाल एब्जॉर्ब करती है। वो हन इम्बाइबिशन, डिफ्यूजन, ऑस्मोसिस, एक्टिव ट्रांसपोर्ट। तो 5th पॉइंट है टर्जिडिटी एंड फ्लैसिडिटी, जिसनों प्लास्मोलिसिस भी कहा जाता है। स्टार्टिंग विथ फर्स्ट पॉइंट इम्बाइबिशन। इम्बाइबिशन एक अजिही फिनोमेनन है, एक अजिही विधि है जिस विच लिविंग और डेड सेल्स कैन एब्जॉर्ब वाटर ड्यू टू देयर सरफेस अट्रैक्शन। एक पॉइंट ध्यान दे विच रखण वाली है कि इस विच कभी भी सोल्यूशन फॉर्मेशन नहीं होती। जो वाटर मॉलिक्यूल्स है दे गेट एडजॉर्ब्ड टू द सरफेस ऑफ सॉलिड्स ओनली। सॉलिड की सरफेस के उपर वो चिपक जाते हैं ड्यू टू द सरफेस अट्रैक्शन। बच्चों, तुसी देखा होया होना है कि इन द रेनी सीजन, मानसून सीजन, कि वुडन डोर्स, वुडन विंडोज जनरली गेट जैम्ड, जाम हो जाती हैं। उसका कारण इम्बाइबिशन है। लक्कड़ जो कि सेलुलोज तो मिलकर बनी हुई है, इट हैज़ ग्रेटर अफिनिटी फॉर वाटर। पानी के मॉलिक्यूल्स सेलुलोज नाल चिपक जाते हैं। ड्यू टू दैट जो वुडन फ्रेम्स है ऑफ डोर्स एंड विंडोज गेट स्वोलन, एंड जिस कारण खिड़कियां और दरवाजे जाम हो जाते हैं। इस तो इलावा तुसी देखा होएगा कि इन द रेनी सीजन जो पेवमेंट्स है, पगडंडियां जिन्होंने कहा जाता है,
ਉਸ ਵਿੱਚ ਕਰੈਕ ਡਿਵੈਲਪ ਹੋ ਜਾਂਦੇ ਹਨ, ਫਟ ਜਾਂਦੇ ਹਨ। ਉਸ ਦਾ ਕੀ ਕਾਰਨ ਹੈ ਕਿ beneath soil, ਮਿੱਟੀ ਦੇ ਹੇਠਾਂ ਜੋ ਪਲਾਂਟਸ ਦੇ ਸੀਡਸ ਹਨ ਉਹ ਇੰਬਾਈਬੇਸ਼ਨ ਨਾਲ ਪਾਣੀ ਨੂੰ ਐਬਜ਼ੌਰਬ ਕਰਦੇ ਹਨ, ਜਿਸ ਕਾਰਨ ਉਹਨਾਂ ਦਾ ਸੀਡ ਕੋਟ, ਬੀਜ ਦਾ ਉੱਪਰਲਾ ਛਿਲਕਾ ਫਟ ਜਾਂਦਾ ਹੈ। ਇਹ ਸਾਰਾ ਕੁਝ ਇੰਬਾਈਬੇਸ਼ਨਲ ਪ੍ਰੈਸ਼ਰ ਕਾਰਨ ਹੁੰਦਾ ਹੈ। Rupturing of seed coat during the germination of the seed, it is also an example of imbibitional pressure. Imbibition ਦੇ ਦੌਰਾਨ ਇੱਕ ਪ੍ਰੈਸ਼ਰ ਡਿਵੈਲਪ ਹੁੰਦਾ ਹੈ ਜਿਸ ਨੂੰ imbibitional pressure ਕਿਹਾ ਜਾਂਦਾ ਹੈ। ਇਸ imbibitional pressure ਕਾਰਨ seeds during germination absorb water and that result in the rupturing of the seed coat due to this imbibitional pressure। और यही imbibitional pressure responsible है for the cracking of the pavements during the rainy season। डायनामाइट्स ਦੀ ਇਨਵੈਂਸ਼ਨ ਤੋਂ ਪਹਿਲਾਂ ਜੋ ਰੌਕਸ ਹੈ ਉਸ ਨੂੰ ਤੋੜਨ ਦੇ ਲਈ ਇਸੇ ਇੰਬਾਈਬੇਸ਼ਨਲ ਪ੍ਰੈਸ਼ਰ ਦੀ ਵਰਤੋਂ ਕੀਤੀ ਜਾਂਦੀ ਸੀ। ਰੌਕਸ ਵਿੱਚ ਹਲਕੇ ਫੁਲਕੇ ਕ੍ਰੈਕ ਪੈਦਾ ਕੀਤੇ ਜਾਂਦੇ ਸਨ ਅਤੇ ਵੁਡਨ ਲੌਗ ਉਸ ਵਿੱਚ ਫਸਾ ਦਿੱਤਾ ਜਾਂਦਾ ਸੀ। ਦੈਨ ਉਸ ਵੁਡਨ ਲੌਗ ਵਿੱਚ ਉਸ ਵੁਡਨ ਲੌਗ ਉੱਪਰ ਪਾਣੀ ਪਾਇਆ ਜਾਂਦਾ ਸੀ ਅਤੇ ਇੰਬਾਈਬੇਸ਼ਨ ਕਾਰਨ ਉਹ ਲੱਕੜ ਫੁੱਲ ਜਾਂਦੀ ਸੀ ਅਤੇ ਇੱਕ ਪ੍ਰੈਸ਼ਰ ਐਗਜ਼ਰਟ ਹੁੰਦਾ ਸੀ ਐਂਡ ਉਹ ਪ੍ਰੈਸ਼ਰ ਕਾਰਨ ਰੌਕ ਛੋਟੇ ਛੋਟੇ ਟੁਕੜਾਂ ਵਿੱਚ ਟੁੱਟ ਜਾਂਦੀ ਸੀ। ਸੈਕਿੰਡ ਪੁਆਇੰਟ ਅਗਰ ਦੇਖੀਏ ਤਾਂ ਉਹ ਹੈ ਡਿਫਿਊਜ਼ਨ। ਡਿਫਿਊਜ਼ਨ ਦਾ ਮਤਲਬ ਕਿਸੇ ਵੀ ਪਦਾਰਥ, ਕਿਸੇ ਵੀ ਆਇਨ ਔਰ ਮੋਲੀਕਿਊਲ ਦਾ ਆਪਣੀ ਵੱਧ ਕੰਸਨਟ੍ਰੇਸ਼ਨ ਤੋਂ ਆਪਣੀ ਘੱਟ ਕੰਸਨਟ੍ਰੇਸ਼ਨ ਵੱਲ ਜਾਣਾ ਹੈ ਔਰ ਜਿਸ ਨੂੰ डिफाइन किया जा सकता है कि प्रोसेस ऑफ फ्री मूवमेंट ऑफ मॉलिक्यूल्स और आयंस ऑफ ए सब्सटेंस फ्रॉम द रीजन ऑफ इट्स हायर कंसंट्रेशन टू द रीजन ऑफ इट्स लोअर कंसंट्रेशन when the two are in direct contact। Significance of diffusion. Dear students, sense of smell is due to diffusion। जिसके केस विच volatile substance means अजिहे पदार्थ जो जल्दी इवेपोरेट हो जाते हैं ਜਾਂ ਵੈਪੋਰੇਟ ਹੋ ਸਕਦੇ, ਉਹਨਾਂ ਨੂੰ ਵੋਲੇਟਾਈਲ ਕਿਹਾ ਜਾਂਦਾ। ਵੋਲੇਟਾਈਲ ਸਬਸਟੈਂਸ ਦੇ ਮੋਲੀਕਿਊਲਸ ਹਵਾ ਵਿੱਚ ਮਿਕਸ ਹੋ ਜਾਂਦੇ ਹਨ ਅਤੇ ਇਹ ਵੋਲੇਟਾਈਲ ਮੋਲੀਕਿਊਲਸ ਆਪਣੀ ਵੱਧ ਕੰਸਨਟ੍ਰੇਸ਼ਨ ਤੋਂ ਘੱਟ ਕੰਸਨਟ੍ਰੇਸ਼ਨ ਵਾਲੀ ਸਾਈਡ 'ਤੇ ਮੂਵ ਕਰਦੇ ਹਨ, ਜਿਸ ਕਾਰਨ ऑर्गेनिजम्स या ह्यूमन बींग्स ਨੂੰ
ਕਾਫੀ ਦੂਰ ਤੋਂ ਹੀ ਇਹਨਾਂ ਦੀ ਸਮੈਲ ਆ ਜਾਂਦੀ ਹੈ। ਆਪਣੇ ਸਰੀਰ ਵਿੱਚ ਜਾਂ ਐਨੀਮਲਸ ਦੀ ਬੋਡੀ ਵਿੱਚ ਐਲਵਿਓਲਰ ਬਰੀਦਿੰਗ ਮੀਨਸ ਜੋ ਲੰਗ ਐਲਵਿਓਲਾਈ ਹੈ ਉਸ ਵਿੱਚ ਐਕਸਚੇਂਜ ਆਫ ਰੈਸਪੀਰੇਟਰੀ ਗੈਸਿਸ ਮੀਨਸ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਐਕਸਚੇਂਜ ਵੀ ਇਸ ਡਿਫਿਊਜ਼ਨ ਕਾਰਨ ਹੀ ਹੁੰਦਾ ਹੈ। ਇਸ ਤੋਂ ਇਲਾਵਾ ਫੀਰੋਮੋਨਸ ਸ਼ਾਇਦ ਨਾਮ ਸੁਣਿਆ ਹੋਵੇ। Pheromones is a kind of chemical messenger which is released by insects for communication. Means एक टाइप ऑफ केमिकल है जिस दे राही जो अलग अलग इंसैक्ट्स कीड़े मकोड़े हैं वो आपस ਦੇ ਵਿੱਚ ਕਮਿਊਨੀਕੇਟ ਕਰਦੇ ਹਨ, ਵਾਰਤਾਲਾਪ ਕਰਦੇ ਹਨ। ਸ਼ਾਇਦ ਤੁਸੀਂ ਸੁਣਿਆ ਹੋਵੇ ਜਾਂ ਤੁਹਾਡੇ ਗ੍ਰੈਂਡ ਪੇਰੈਂਟਸ ਨੇ ਕਦੀ ਕਿਹਾ ਹੋਵੇ कि अगर हनी बी स्टिंग कर जाए, डंग मार जाए, तो स्टंग पोर्शन ते मैटैलिक सबसटेंस नाल रब करना चाहिए। कभी सोचा है भी अजिहा क्यों? इसके दो कारण हैं। एक, मैटैलिक आर्टिकल ਜਾਂ आयरन नेल्स ਦੇ ਨਾਲ रब ਕਰਨ ਦੇ ਨਾਲ उसका जो विनोम है जो बॉडी से इंजैक्ट हो चुका है स्टिंग वो निकल जाएगा, जिस नाल स्वैलिंग घट होएगी या फिर होएगी नहीं। और दूसरा, बाय द रबिंग जो फिरोमोन्स है जो वो साड़ी बॉडी ते रिलीज़ कर देते हैं उस हनी बी ने, उस क्रिएचर ने, ये फिरोमोन्स एक अलार्मिंग सिग्नल का काम करता है जो बाकी दे हनी बीज नू अट्रैक्ट करेगा टू स्टिंग। तो रबिंग दे नाल हीट प्रोड्यूस होएगी और हीट दे नाल वो फिरोमोन्स जड़े हैं वो ख़त्म हो जाएंगे, मतलब एक कम्युनिकेशन उस जगह पे फिर रुक जाएगी। तो इसीलिए जो ग्रैंड पेरेंट्स हैं, जो बुजुर्ग हैं, वो कहते हैं भी जदों भी हनी बी स्टिंग कर जाए, डंग मारती है, तो उस स्टंग पोर्शन नू मैटैलिक आर्टिकल्स के नाल रब करना चाहिए है। तो दिस इज़ आल्सो एन एग्जाम्पल ऑफ डिफ्यूजन। डिफ्यूजन नू डिमोनस्ट्रेट करने के लिए बहुत सारिया एक्टिविटीज़ हैं। उन्हें दे विच एक है कि टेकिंग अ बीकर, fill it with the water and place a sugar cube or small tablet or a drop of soluble dye or crystal of potassium permanganate in a beaker. Don't stir it. Place it in a quiet place and you will observe after a short period, if you have placed sugar crystal, then the whole water is sugary in taste, and if you have placed a salt crystal, then whole water becomes salty. जिस तरह की डायग्राम के केस डिमोनस्ट्रेट हो रहा है, इस केस एक डाई नू बीकर दे एक कॉर्नर दे उत्ते रखा गया, हौली हौली ये जो डाई है डिफ्यूज़ हो रही है
in the water. A diffusion ਦੇ ਦੌਰਾਨ डाई ਦੇ molecules एंटर कर रहे हैं इन द वाटर मॉलिक्यूल्स जिस जगह ਤੇ ਪਹਿਲਾਂ डाई नहीं है।